आओ गुरु प्यारिओ, जो आपां धन धन गुरु गोबिंद सिंह जी महाराज जिन्हां दे वड्डे छोटे साहिबजादे माता गुजर कौर ਅਤੇ प्यारे सिखां दी याद विच जो कुछ क समां इतिहासक विचार गुरमत विचारां दी सांझ करते हाँ। सो आओ रल मिल के आपां विचार करिए। सतगुरु समत बख्शण, किरपा करके सेवा लैण। सो सब तो पहलां फतेह प्रवान करो जी। वाहिगुरु जी का खालसा, वाहिगुरु जी की फतेह। सो गुरु प्यारो, जो आपां विचार कीती सी 8 पोह दे दिन दे संबंध विच, जो धन धन गुरु गोबिंद सिंह जी महाराज दे वड्डे साहिबजादे बाबा अजीत सिंह, बाबा जुझार सिंह ते सतगुरां दे प्यारे सिंह, जो 8 पोह दे दिन जिन्हां ने चमकौर की गढ़ी दे विच शहीदियां प्राप्त कीतियां। 8 पोह की शाम के समय जो सतगुरां दे साहिबजादे बाबा जुझार सिंह जी ने शहीदी प्राप्त की। 8 पोह की रात आई, जो सतगुरु ਸਿੰਘਾਂ ਸਮੇਤ गढ़ी दे विच आए। जो अज आपां 8 पोह की रात के संबंध विच कि सतगुरु 9 पोह नूं जो जंग करना है, चमकौर की गढ़ी विच युद्ध करना है, उस बारे की रणनीति तैयार करते हैं और ਸਿੰਘਾਂ ਦੇ की विचार हैं। ते 9 पोह के दिन किहदी शहीदी किवें दिन सतगुरां दा बीतदा है। ਸਿੰਘਾਂ ਦਾ 9 पोह का दिन ते सतगुरां दी 8 पोह की रात किवें गुजरी, आपां इस दे बारे विचार करांगे। सतगुरु किरपा करन। सो 8 पोह की जदों रात आई तो सतगुरु गुरु गोबिंद सिंह जी महाराज जो आप मैदान दे विच जंग दे विच जाण लई तैयारी करन लगे। जदों सतगुरु अपने शास्त्र शरीर ते सजा रहे सन तां सिंह देख रहे सन कि सतगुरु हुण जंग की तैयारी करन लगे हैं। तां उदों जो सिंह देख रहे हैं, एक पंजाबी कवि श्री करतार सिंह बलगन जो सतगुरां दे तैयारी करन बारे लिखदा है कि जदों सतगुरु जंग जाण लई तैयारी करदे हन
ਕਵੀ ਕਹਿੰਦਾ ਹੈ, ਆਇਆ ਰੋਹ ਵਿੱਚ ਪੁਤਲਾ ਸਰਬ ਲੋਹ ਦਾ, ਉਹਦੀ ਵੀਰਤਾ ਸ਼ਾਨ ਵਿਖਾਣ ਲੱਗੀ। ਤੀਰਾਂ ਉਹਦਿਆਂ ਨੇ ਗਿੱਠ ਗਿੱਠ ਜੀਭ ਕੱਢੀ, ਆਕੜ ਉਸ ਦੀ ਲੈਣ ਕਮਾਣ ਲੱਗੀ। ਛੂਕੀ ਵਾਂਗ ਦਮੂਹੀ ਦੇ ਤੇਗ ਉਹਦੀ, ਵੱਟ ਵਿੱਚ ਮਿਆਣ ਦੇ ਖਾਣ ਲੱਗੀ। ਨੀਲਾ ਹਣਕਿਆ ਬਾਜ ਨੇ ਖੰਭ ਛੰਡੇ, ਧਰਤ ਕੰਬ ਕੇ ਹੋਣ ਹੈਰਾਨ ਲੱਗੀ। ਇਤਿਹਾਸ ਦੱਸਦਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਤੀਰਾਂ ਦਾ ਪੱਥਾ ਭਰ ਲਿਆ, ਕਮਾਨ ਮੋਢੇ ਤੇ ਟੰਗ ਲਈ, ਕਮਰ ਕੱਸੇ ਵਿੱਚ ਕਟਾਰ ਕਰ ਲਈ। ਤਿਆਰੀ ਕਰਕੇ ਜਦੋਂ ਕਲਗੀਧਰ ਪਾਤਸ਼ਾਹ ਜੰਗ ਨੂੰ ਜਾਣ ਦੀ ਤਿਆਰੀ ਕਰਕੇ ਆਖਣ ਲੱਗੇ ਕਿ ਹੁਣ ਅਸੀਂ ਜੰਗ ਦੇ ਵਿੱਚ ਜਾਵਾਂਗੇ, ਤਾਂ ਦਇਆ ਸਿੰਘ ਨੇ ਕਿਹਾ ਕਿ ਪਾਤਸ਼ਾਹ ਜੀ, ਮੈਦਾਨੇ ਜੰਗ ਵਿੱਚ ਤੁਸੀਂ ਨਾ ਜਾਓ। ਸਤਿਗੁਰੂ ਕਹਿਣ ਲੱਗੇ ਕਿ ਦਇਆ ਸਿੰਘ, ਅੱਜ ਮੈਨੂੰ ਨਾ ਰੋਕੋ, ਕਿਉਂਕਿ ਅੱਜ ਜੋ ਮੇਰੇ ਸਾਹਿਬਜ਼ਾਦੇ ਧਰਮ ਤੋਂ ਆਪਣੀ ਜਾਨ ਕੁਰਬਾਨ ਕਰ ਗਏ ਹਨ, ਅਸੀਂ ਵੀ ਧਰਮ ਤੋਂ ਪਿੱਛੇ ਨਹੀਂ ਹਟਾਂਗੇ। ਜਦੋਂ ਸਤਿਗੁਰੂ ਨਾ ਮੰਨੇ ਤਾਂ ਦਇਆ ਸਿੰਘ ਜਾ ਕੇ ਧਰਮ ਸਿੰਘ, ਰਾਮ ਸਿੰਘ, ਮਾਨ ਸਿੰਘ ਤੇ ਹੋਰ ਬਾਕੀ ਸਿੰਘਾਂ ਨੂੰ ਕਹਿਣ ਲੱਗੇ ਕਿ ਸਤਿਗੁਰੂ ਪਾਤਸ਼ਾਹ ਮੈਦਾਨੇ ਜੰਗ ਵਿੱਚ ਜਾਣ ਲਈ ਤਿਆਰੀ ਕਰ ਚੁੱਕੇ ਹਨ। ਤਾਂ ਰਾਮ ਸਿੰਘ ਨੇ ਕਿਹਾ ਕਿ ਦਇਆ ਸਿੰਘ, ਜਦੋਂ ਕਲਗੀਧਰ ਪਾਤਸ਼ਾਹ ਨੇ ਸਾਨੂੰ ਖੰਡੇ ਦੀ ਪੌਲ ਦਿੱਤੀ ਸੀ ਤਾਂ ਸਾਨੂੰ ਕਿਹਾ ਸੀ ਕਿ ਖਾਲਸਾ ਹੀ ਪੰਥ ਹੈ ਤੇ ਪੰਥ ਹੀ ਖਾਲਸਾ ਹੈ। ਸਾਨੂੰ ਉਦੋਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਕਿ ਖਾਲਸਾ ਹੀ ਪੰਥ ਹੈ ਤੇ ਪੰਥ ਹੀ ਖਾਲਸਾ ਹੈ। ਸਤਿਗੁਰਾਂ ਦੇ ਬਚਨ ਹਨ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂੰ ਨਿਵਾਸ। ਖਾਲਸਾ ਮੇਰੇ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਭਾਈ ਦਇਆ ਸਿੰਘ, ਤੂੰ ਕਹਿ ਰਿਹਾ ਸੀ, ਬੇਨਤੀ ਕੀਤੀ ਸੀ, ਤੂੰ ਸਤਿਗੁਰਾਂ ਨੂੰ ਬੇਨਤੀ ਕਰਦਾ ਸੀ, ਤੇ ਹੁਣ ਆਪਾਂ 5 ਸਿੰਘ ਜਾ ਕੇ ਸਤਿਗੁਰਾਂ ਨੂੰ ਬੇਨਤੀ ਕਰਾਂਗੇ ਕਿ ਖਾਲਸਾ ਪੰਥ ਤੁਹਾਨੂੰ ਬੇਨਤੀ ਕਰਦਾ ਹੈ। ਤੁਸੀਂ ਇਕੱਲੇ ਗਏ ਸੀ ਤਾਂ ਤੁਹਾਡੀ ਗੱਲ ਨਹੀਂ ਮੰਨੀ, ਕਿਉਂਕਿ ਸਤਿਗੁਰਾਂ ਨੇ 5 ਸਿੰਘਾਂ ਦੇ, 5 ਪਿਆਰਿਆਂ ਦੇ ਜੋ ਪੰਥ ਹਵਾਲੇ ਕੀਤਾ ਹੈ। 5 ਪਿਆਰੇ ਹੀ ਖਾਲਸਾ ਪੰਥ ਹੈ ਤੇ ਖਾਲਸਾ ਪੰਥ ਹੀ 5 ਪਿਆਰੇ ਹਨ। ਕਹਿਣ ਲੱਗੇ ਕਿ ਆਪਾਂ ਹੁਣ 5 ਜਾਣੇ ਚੱਲ ਕੇ ਸਤਿਗੁਰਾਂ ਨੂੰ ਬੇਨਤੀ ਕਰਾਂਗੇ। 5 ਸਿੰਘ ਗਏ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਪਾਤਸ਼ਾਹ ਜੀ, ਖਾਲਸਾ ਪੰਥ ਤੁਹਾਨੂੰ ਬੇਨਤੀ ਕਰਦਾ ਹੈ। ਇਹ ਨਹੀਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ, ਕਿਉਂਕਿ ਸਤਿਗੁਰਾਂ ਨੇ ਖਾਲਸਾ ਪੰਥ 5 ਦੇ ਹਵਾਲੇ ਕਰ ਦਿੱਤਾ ਸੀ, 5 ਦਾ ਹੁਕਮ ਚੱਲਦਾ ਸੀ। ਇਸ ਕਰਕੇ ਭਾਈ ਦਇਆ ਸਿੰਘ ਨੇ ਕਿਹਾ ਕਿ ਸਤਿਗੁਰੂ ਜੀ, ਖਾਲਸਾ ਪੰਥ ਤੁਹਾਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਗੜੀ ਵਿੱਚ ਸ਼ਹੀਦ ਨਹੀਂ ਹੋਵੋਗੇ, ਇਸ ਗੜੀ ਵਿੱਚੋਂ ਚਲੇ ਜਾਓ। ਤਾਂ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਸਤਿਗੁਰੂ, ਅਸੀਂ ਮਰ ਵੀ ਗਏ ਤਾਂ ਕੋਈ ਗੱਲ ਨਹੀਂ, ਪਾਸਾ ਅਸੀਂ ਕੋਈ ਜੱਗ ਦਾ ਥੰਮਣਾ ਨਹੀਂ, ਪਰ ਜੇ ਤੁਸੀਂ ਨਾ ਰਹੇ ਸ਼ਮਸ਼ੇਰ ਦੂਲੇ, ਦੁਨੀਆ ਵਿੱਚ ਗੋਬਿੰਦ ਸਿੰਘ ਜੰਮਣਾ ਨਹੀਂ।
कि दूजा गोबिंद सिंह पैदा असीं नहीं कर सकते। सतगुरु जी, जे तुसीं इत्थे शहीद हो गए तो असीं दूजा गोबिंद सिंह पैदा नहीं कर सकते। जेकर असीं शहीद हो गए तो तुसीं साडे वर्गे खंडे की पौल दे के हज़ारां योधे तैयार कर सकते हो। गुरमता होया कि दाता जी तुसीं गढ़ी छड्ड के चले जाओ। सतगुरु कलगीधर पातशाह कहन लगे कि ठीक है, जो भाई ये खालसा पंथ का सानू हुक्म है तो सानू प्रवान है, पर एक वचन है साडा कि असीं चोरी नहीं निकलांगे। क्योंकि यह ना कहे कि कोई गोबिंद सिंह चोरी निकल गया गढ़ी दे विचों। कहन लगे असीं चोरी नहीं जावांगे। सतगुरु जी ने प्यारे भाई दया सिंह, प्यारे भाई धर्म सिंह, भाई मान सिंह नूं नाल लिया और माउंटी उपर चढ़े। उपर देखा तो कहन लगे दया सिंह, और जो तारे दिसदे हन उन्हां दी सेध नाल ही तुसीं तुरे आउणा, आपां इकट्ठे हो जावांगे। सतगुरु जाण तो पहलां 8 पोह की रात नूं सतगुरु चमकौर की गढ़ी छड्डण तो पहलां बाबा जीवन सिंह जी नूं अपना पोशाका कलंगी तोड़ा दस्तार सजा के बाकी जो सिंह गढ़ी दे विच सन उन्हां नूं कहा कि अज तो तुहाडी जो अगे रहिंदा समा है, कल नूं आउण वाली जंग की गवाही तुहाडी बाबा जीवन सिंह जी करनगे। सो इस तरह सतगुरां ने बाबा जीवन सिंह नूं कलंगी पोशाका दस्तार सजा के माउंटी दे विच बिठा दिता कि दुश्मनां नूं भुलेखा पैंदा रहे कि गोबिंद सिंह गढ़ी दे विच है। सारी तैयारी करके सतगुरां ने गढ़ी तो बाहर होके दया सिंह, धर्म सिंह, मान सिंह इन्हां नूं होर रस्ते तोड़ के सतगुरु ने ताड़ी मार के कहा, पीरे हिंद मेर वध। सतगुरु जो गढ़ी चों निकल लगे तो ताड़ी मारी तो कहा, पीरे हिंद मेर वध, कि मैं हिंद दा पीर जा रहा हाँ। जिसे जे किसे कोल ताकत है तो रोक लवे। कुछ दूर तक तिन्ने सिंह सतगुरु दे नाल तुरे। कहंदे हन उस समय जो कुछ रोशनी पई, जो बिजली चमक रही सी, लश्क पई दया सिंह नूं बाबा अजीत सिंह ते बाबा जुझार सिंह दियां जो दोहां दे शरीर देहां नज़र आए। दया सिंह कहन लगे, दाता जी मेरा जी करे कि मेरा दिल करता है, मेरा जी करे इत्थे कुछ प्यार जतला दियां, पग ला के सिर दी दो टोटे बना दियां, जो निभाई अखीर जाती है वो रस्म निभा दियां, अद्धा अद्धा दोहां दे शरीरां उत्ते पा दियां, लखां ही गरीब मापे इस जग उत्ते आए ने, कफनों बगैर दस किहदे पुत गए ने।
ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ। ਬੱਚਿਆਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ। ਅੱਗੋਂ ਦਸ਼ਮੇਸ਼ ਪਿਤਾ ਬੋਲੇ ਲਲਕਾਰ ਕੇ, ਲੈਣਾ ਕੀ ਹੈ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ। ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ, ਬਿਨਾਂ ਤਨਖਾਹਾਂ ਤੋਂ ਜੋ ਰਹੇ ਮੇਰੇ ਨਾਲ ਨੇ। ਦੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ। ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਸਤਿਗੁਰੂ ਸਾਹਿਬਜ਼ਾਦਿਆਂ ਦੇ ਕੋਲ ਦੀ ਬਿਨਾਂ ਪਰਵਾਹ ਕੀਤੇ ਇਉਂ ਲੰਘ ਗਏ ਜਿਵੇਂ ਕਿ ਉਹਨਾਂ ਨੂੰ ਜਾਣਦੇ ਹੀ ਨਾ ਹੋਣ। ਪੁੱਤਰ ਮੋਹ ਦੇ ਵਿੱਚ ਨਹੀਂ ਆਏ। ਸਤਿਗੁਰੂ ਪਾਤਸ਼ਾਹ ਜੀ ਕੋਲ ਨਾ ਜੋੜਾ, ਨਾ ਘੋੜਾ, ਨਾ ਬਾਜ, ਨਾ ਤਾਜ। ਤਾਜ ਭਾਵ ਕੇ ਸਿਰ ਦਾ ਤਾਜ, ਕਲਗੀ ਦਸਤਾਰ, ਉਹ ਵੀ ਚਮਕੌਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਦੇ ਸਿਰ ਤੇ ਸਜਾਏ। ਜੋ ਨੰਗੇ ਪੈਰੀ ਹੋ ਤੁਰੇ। ਸਤਿਗੁਰੂ ਚਮਕੌਰ ਦੀ ਗੜੀ ਦੇ ਵਿੱਚੋਂ 8 ਪੋਹ ਦੀ ਰਾਤ ਨੂੰ ਨਿਕਲੇ। ਚੱਲਦਿਆਂ ਚੱਲਦਿਆਂ ਸਵੇਰ ਹੋਈ। ਬਾਕੀ ਰਹਿੰਦੇ ਸਾਰੇ ਸਿੰਘ ਜੋ ਜਥਿਆਂ ਦੀ ਬਣਾਉਣ ਤਿਆਰੀ ਕਰਨ ਲੱਗ ਪਏ ਔਰ ਜਿਨ੍ਹਾਂ ਦੀ ਅਗਵਾਈ ਬਾਬਾ ਜੀਵਨ ਸਿੰਘ ਜੀ ਕਰ ਰਹੇ ਸਨ। ਇਸੇ ਤਰ੍ਹਾਂ ਜੋ ਅੰਮ੍ਰਿਤ ਵੇਲੇ ਪਹਿਲੇ ਪੈਰ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਛੱਡ ਕੇ ਅੰਮ੍ਰਿਤ ਦੇ ਪਹਿਲੇ ਪੈਰ ਚੱਲਦੇ ਚੱਲਦੇ ਜਦੋਂ ਬਲੌਲਪੁਰ ਜਿਸ ਨੂੰ ਕਿਹਾ ਜਾਂਦਾ, ਬਲੌਲਪੁਰ ਕਸਬੇ ਦੇ ਨੇੜੇ ਅੰਮ੍ਰਿਤ ਵੇਲੇ ਪਹੁੰਚ ਗਏ। ਜੋ ਉਸ ਸਮੇਂ ਧੁੰਦ ਬਹੁਤ ਪੈ ਰਹੀ ਸੀ। ਇਤਿਹਾਸ ਦੱਸਦਾ ਹੈ ਕਿ ਸਤਿਗੁਰਾਂ ਕੋਲ ਨਾ ਘੋੜਾ, ਨਾ ਪੈਰੀ ਜੋੜਾ, ਨਾ ਬਾਜ, ਨਾ ਤਾਜ। ਜੋ ਸਿਰਫ ਸ਼ਾਸਤਰ ਹੀ ਕੋਲੇ ਸਨ, ਨੰਗੀ ਤੇਗ ਸੀ। ਬਲੌਲਪੁਰ ਤੋਂ ਇੱਕ ਪੰਡਤ ਰਾਮ ਰਾਮ ਕਰਦਾ ਜੋ ਕਸਬੇ ਤੋਂ ਬਾਹਰ ਇਸ਼ਨਾਨ ਕਰਨ ਲਈ ਆ ਰਿਹਾ ਸੀ। ਸਤਿਗੁਰੂ ਜੀ ਨੇ ਆਵਾਜ਼ ਮਾਰੀ, ਕਿਹਾ ਕਿ ਹੇ ਰਾਮ ਭਗਤ ਜੀ ਜਰਾ ਰੁਕ ਕੇ ਜਾਣਾ। ਤਾਂ ਪੰਡਤ ਜੀ ਨੇ ਕਿਹਾ ਕਿ ਭਾਈ ਤੂੰ ਕੌਣ ਹੈ? ਜੋ ਧੁੰਦ ਬਹੁਤ ਸੀ, ਦੂਰੋਂ ਕੁਝ ਨਹੀਂ ਦਿਖਦਾ ਸੀ। ਸਤਿਗੁਰੂ ਜੀ ਪੰਡਤ ਦੇ ਕੋਲ ਗਏ ਤੇ ਪੁੱਛਿਆ ਕਿ ਪੰਡਤ ਜੀ ਇੱਥੇ ਇੱਕ ਪੂਰਨ ਨਾਂ ਦਾ ਮਸੰਦ ਰਹਿੰਦਾ, ਕੀ ਤੁਸੀਂ ਉਸ ਨੂੰ ਜਾਣਦੇ ਹੋ? ਅਸੀਂ ਉਸ ਦੇ ਘਰ ਜਾਣਾ ਸੀ। ਉਹ ਪੰਡਤ ਜੀ ਕਹਿਣ ਲੱਗੇ ਕਿ ਚਲੋ ਜੀ ਪਹਿਲਾਂ ਅਸੀਂ ਤੁਹਾਨੂੰ ਛੱਡ ਆਉਂਦੇ ਹਾਂ, ਉਹਨਾਂ ਦੇ ਘਰ ਅਸੀਂ ਬਾਅਦ ਵਿੱਚ ਇਸ਼ਨਾਨ ਕਰ ਲਵਾਂਗੇ। ਮੂਹਰੇ ਪੰਡਤ ਜੀ ਤੁਰੇ ਗਏ, ਪਿੱਛੇ ਪਿੱਛੇ ਸਤਿਗੁਰੂ ਜੀ ਤੁਰ ਪਏ। ਉਸ ਪੰਡਤ ਜੀ ਪੂਰਨ ਮਸੰਦ ਦੀ ਹਵੇਲੀ ਪਹੁੰਚ ਗਏ। ਜਾ ਕੇ ਆਵਾਜ਼ ਮਾਰੀ ਕਿ ਭਾਈ ਬਾਹਰ ਖੋਲੋ। ਕਿਹਾ ਕਿ ਕੌਣ ਹੈ? ਪੂਰਨ ਮਸੰਦ ਨੇ ਜੋ ਹਵੇਲੀ ਵਿੱਚ ਪਸ਼ੂ ਰੱਖੇ ਹੋਏ ਸਨ, ਉਹਨਾਂ ਦੀ ਦੇਖਭਾਲ ਵਾਸਤੇ ਇੱਕ ਨੌਕਰ ਰੱਖਿਆ ਸੀ ਜਿਸ ਨੂੰ ਜਿਉਣਾ ਕਿਹਾ ਜਾਂਦਾ ਹੈ। ਉਸ ਜਿਉਣੇ ਨੇ ਕਿਹਾ ਕਿ ਭਾਈ ਕੌਣ ਹੈ? ਤਾਂ ਪੰਡਤ ਜੀ ਨੇ ਦੱਸਿਆ ਕਿ ਤੁਹਾਡੇ ਘਰ ਕੋਈ ਸਿੱਖ ਆਇਆ ਹੈ, ਮੇਰਾ ਨਾਮ ਮਿਸ਼ਰ ਹੈ।
ਤੁਹਾਡੇ ਘਰ ਕੋਈ ਆਇਆ ਹੈ, ਮੈਂ ਉਸ ਨੂੰ ਛੱਡਣ ਵਾਸਤੇ ਆਇਆ ਹਾਂ। ਜਿਉਣੇ ਨੇ ਬਾਰ ਖੋਲ੍ਹਿਆ। ਸਤਿਗੁਰੂ ਅੰਦਰ ਚਲੇ ਗਏ। ਪੰਡਤ ਜੀ ਵਾਪਸ ਚਲੇ ਗਏ। ਜਿਉਣੇ ਨੇ ਫਿਰ ਦਰਵਾਜ਼ਾ ਬੰਦ ਕਰ ਦਿੱਤਾ। ਜਿਉਣੇ ਨੇ ਜਿਸ ਮੰਜੀ 'ਤੇ ਆਪ ਸੌਂਦਾ ਸੀ ਉੱਥੇ ਸਤਿਗੁਰਾਂ ਨੂੰ ਬਿਠਾਇਆ। ਅੱਗ ਬਾਲ ਕੇ ਸਕਾਈ, ਕਿਉਂਕਿ ਠੰਡ ਬਹੁਤ ਸੀ। ਪੁੱਛਿਆ ਕਿ ਤੁਸੀਂ ਕੌਣ ਹੋ, ਕਿਉਂਕਿ ਜਿਉਣੇ ਨੇ ਸਤਿਗੁਰਾਂ ਦਾ ਨਾਮ ਸੁਣਿਆ ਸੀ, ਦਰਸ਼ਨ ਨਹੀਂ ਸਨ ਕੀਤੇ। ਪੁੱਛਿਆ ਕਿ ਕੌਣ ਹੋ, ਤਾਂ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਬਹੁਤ ਦੂਰੋਂ ਆਏ ਹਾਂ, ਤੇਰੇ ਮਾਲਕ ਨੂੰ ਪੂਰਨ ਮਸੰਦ ਨੂੰ ਮਿਲਣਾ ਹੈ, ਉਸ ਨੂੰ ਬੁਲਾਓ। ਉਹਨਾਂ ਨੇ ਸਾਨੂੰ ਬਹੁਤ ਵਾਰ ਕਿਹਾ ਸੀ ਕਿ ਕਦੇ ਸਾਡੇ ਘਰ ਵੀ ਜ਼ਰੂਰ ਆਇਓ, ਤੇ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਹਾਂ। ਜਿਉਣੇ ਨੇ ਸਮਝਿਆ ਕਿ ਕੋਈ ਗੁਰਸਿੱਖ ਹੋਵੇਗਾ, ਜੋ ਪਹਿਲਾਂ ਵੀ ਸਿੱਖ ਉਸ ਪੂਰਨ ਮਸੰਦ ਕੋਲ ਆਉਂਦੇ ਜਾਂਦੇ ਰਹਿੰਦੇ ਸਨ, ਜੋ ਸਤਿਗੁਰੂ ਜੀ ਦੇ ਗੋਲ ਛੋਟੀ ਜਿਹੀ ਦਸਤਾਰ ਬੰਨੀ ਸੀ, ਕਿਉਂਕਿ ਆਪਣੀ ਦਸਤਾਰ ਤਾਂ ਚਮਕੌਰ ਦੀ ਗੜੀ ਵਿੱਚ ਦੇ ਆਏ ਸਨ। ਛੋਟੀ ਜਿਹੀ ਥੱਲੇ ਜੋ ਕੇਸ ਕੀ ਸੀ ਉਹ ਸੀ, ਪਜਾਮੀ ਚੋਲਾ ਪਾਏ, ਉਹ ਵੀ ਫਟੇ ਹੋਏ, ਪੈਰ ਮਿੱਟੀ ਦੇ ਨਾਲ ਲਿਬੜੇ ਹੋਏ, ਨੰਗੇ ਪੈਰ, ਨੰਗੀ ਤੇਗ। ਤਾਂ ਜਿਉਣਾ ਕਹਿਣ ਲੱਗਾ ਕਿ ਉਹਨੇ ਅਜੇ ਉੱਠਣਾ ਨਹੀਂ, ਉਹ ਤਾਂ ਬਹੁਤ ਵੱਡੇ ਦਿਨ ਉੱਠਦਾ ਹੈ। ਸਤਿਗੁਰੂ ਕਹਿਣ ਲੱਗੇ ਕਿ ਤੂੰ ਇੱਕ ਵਾਰ ਜਾ ਕੇ ਆਵਾਜ਼ ਦੇ, ਉਸ ਨੂੰ ਆਵਾਜ਼ ਮਾਰ। ਤਾਂ ਜਿਉਣਾ ਕਹਿਣ ਲੱਗਾ ਕਿ ਮੈਂ ਉਸ ਨੂੰ ਕੀ ਕਹਾਂਗਾ ਕਿ ਕੌਣ ਮਿਲਣ ਆਇਆ ਹੈ, ਤੁਸੀਂ ਆਪਣਾ ਨਾਮ ਦੱਸ ਦੇਵੋ। ਤਾਂ ਸਤਿਗੁਰੂ ਕਹਿਣ ਲੱਗੇ ਕਿ ਤੂੰ ਉਹਨੂੰ ਕਹੀਂ ਕਿ ਆਨੰਦਪੁਰ ਵਾਲੇ ਗੁਰੂ ਜੀ ਆਏ ਹਨ। ਜਿਉਣੇ ਨੇ ਜਦੋਂ ਸੁਣਿਆ ਤਾਂ ਹੈਰਾਨ ਹੋ ਕੇ ਦੇਖ ਰਿਹਾ ਹੈ, ਤੇ ਚਰਨਾਂ 'ਤੇ ਮੱਥਾ ਟੇਕਿਆ। ਜੋ ਸਿਰ ਤੋਂ ਪਰਨਾ ਲਾਹ ਕੇ ਸਤਿਗੁਰਾਂ ਦੇ ਚਰਨ ਸਾਫ਼ ਕੀਤੇ। ਸੋ ਜਿਉਣੇ ਨੇ ਜਿੰਨੀ ਕੁ ਹੋ ਸਕਦਾ ਸੀ ਸੇਵਾ ਕੀਤੀ। ਜਦੋਂ ਗੁਰੂ ਜੀ ਨੇ ਪੂਰਨ ਮਸੰਦ ਨੂੰ ਮਿਲਣ ਦੀ ਗੱਲ ਕਹੀ ਤਾਂ ਜਿਉਣਾ ਪੂਰਨ ਮਸੰਦ ਨੂੰ ਚੁਬਾਰੇ ਤੋਂ ਸੱਦਣ ਲਈ ਗਿਆ। ਪੂਰਨ ਮਸੰਦ ਨੇ ਜਿਉਣੇ ਨੂੰ ਕਹਿ ਦਿੱਤਾ ਸੀ ਕਿ ਜਾ ਕੇ ਗੁਰੂ ਜੀ ਨੂੰ ਕਹਿ ਦੇ ਕਿ ਜਦੋਂ ਸਾਨੂੰ ਲੋੜ ਹੋਵੇਗੀ ਅਸੀਂ ਉਦੋਂ ਖੁਦ ਆ ਕੇ ਮਿਲ ਲਵਾਂਗੇ, ਹੁਣ ਇੱਥੋਂ ਚਲੇ ਜਾਣ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੁਗਲ ਹਕੂਮਤ ਉਸ ਦੇ ਮਗਰ ਲੱਗੀ ਹੋਈ ਹੈ। ਉਹ ਵੀ ਸਤਿਗੁਰਾਂ ਤੋਂ ਬੇਮੁਖ ਹੋ ਗਿਆ ਸੀ। ਕਹਿ ਦਿੱਤਾ ਕਿ ਜਦੋਂ ਸਾਨੂੰ ਲੋੜ ਹੋਵੇਗੀ ਅਸੀਂ ਆ ਕੇ ਖੁਦ ਮਿਲ ਲਵਾਂਗੇ, ਖੁਦ ਆ ਜਾਵਾਂਗੇ, ਹੁਣ ਇੱਥੋਂ ਚਲੇ ਜਾਣ। ਜਦੋਂ ਜਿਉਣੇ ਨੇ ਆ ਕੇ ਕਿਹਾ ਤਾਂ ਸਤਿਗੁਰੂ ਜੀ ਨੇ ਕਿਹਾ ਕਿ ਜਿਉਣਿਆ, ਆਪਣੇ ਮਾਲਕ ਨੂੰ ਕਹਿ ਦੇਵੀਂ ਕਿ ਖੁਸ਼ ਰਹੇ, ਅਸੀਂ ਚੱਲਦੇ ਹਾਂ। ਸਤਿਗੁਰੂ ਨੂੰ ਜਿਉਣੇ ਨੇ ਵਿਦਵਾਨ ਦੱਸਦੇ ਹਨ ਕਿ ਜੋ ਟੈਂਡ ਵਿੱਚ ਅੱਗ ਪਾ ਕੇ ਦਿੱਤੀ ਸੀ, ਸਤਿਗੁਰੂ ਜੀ ਜਿਉਣੇ ਨੂੰ ਅਸ਼ੀਰਵਾਦ ਦਿੱਤਾ ਕਿ ਤੇਰਾ ਭਲਾ ਹੋਵੇ। ਜੋ ਐਂ ਕਹਿ ਲਈਏ ਕਿ ਜਿਵੇਂ ਸਤਿਗੁਰੂ ਜੀ ਜਿਉਣੇ ਨੂੰ ਪੂਰਨ ਮਸੰਦ ਦੇ ਬੰਧਨਾਂ 'ਚੋਂ ਮੁਕਤ ਕਰਾਉਣ ਹੀ ਆਏ ਹੋਣ। ਸਤਿਗੁਰੂ ਜੀ ਪੂਰਨ ਮਸੰਦ ਦੇ ਘਰੋਂ ਚਲੇ ਗਏ ਔਰ 9 ਪੋਹ ਦੀ ਸਵੇਰ ਦਿਨੇ ਚੱਲਦੇ ਚੱਲਦੇ ਜੋ ਮਾਛੀਵਾੜੇ ਸ਼ਾਮਾਂ ਨੂੰ ਪਹੁੰਚ ਗਏ। ਗੁਲਾਬੇ ਤੇ ਪੰਜਾਬੇ ਦਾ ਜੋ ਬਾਗ ਸੀ, ਇਹ ਦੋਵੇਂ ਭਰਾ ਗੁਰੂ ਘਰ ਦੇ ਮਸੰਦ ਸਨ। ਅੱਜ ਸਤਿਗੁਰੂ ਜੀ ਕਈ ਦਿਨਾਂ ਦੇ ਥੱਕੇ ਹੋਏ ਬਾਗ ਵਿੱਚ ਆਏ। ਇੱਕ ਜੋ 9 ਪੋਹ ਦੀ ਰਾਤ
ਇੱਕ ਉੱਤੋਂ ਪੋਹ ਦੀ ਰਾਤ ਤੇ ਇੱਕ ਕੱਕਰ ਪੈਂਦਾ ਸੀ, ਸੀਤ ਲਹਿਰ ਚੱਲਦੀ ਸੀ, ਧੁੰਦ ਬਹੁਤ ਸੀ। ਇਹ ਨਹੀਂ ਪਤਾ ਕਿ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਤੇ ਫਤਿਹ ਸਿੰਘ ਕਿੱਥੇ ਹੋਣਗੇ, ਬੁੱਢੜੀ ਮਾਂ ਕਿੱਥੇ ਹੈ। ਬੇਫਿਕਰ ਹੋਏ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਕੁਰਬਾਨ ਕਰਕੇ ਅੱਜ ਸਭ ਕੁਝ ਭੁਲਾ ਕੇ ਤਾਰਿਆਂ ਦੀ ਛਾਵੇਂ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਸੁੱਤੇ ਪਏ ਹਨ। ਕਲਗੀਧਰ ਜੀ ਦੇ ਅੰਗੂਠੇ ਵਿੱਚ ਦੱਸਦੇ ਹਨ ਕਿ ਇੱਕ ਛੱਲਾ ਸੀ ਜੋ ਸਤਿਗੁਰਾਂ ਦੇ ਤੀਰ ਚਲਾਉਣ ਵੇਲੇ ਪਾਉਂਦੇ ਸਨ। ਉਸ ਵਿੱਚ ਹੀਰਿਆਂ ਦੀਆਂ ਕਣੀਆਂ ਜੜੀਆਂ ਹੋਈਆਂ ਸਨ ਜੋ ਚਮਕ ਰਹੀਆਂ ਸਨ। ਉੱਧਰੋਂ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਇਹ ਵੀ ਤਾਰਿਆਂ ਦੀ ਸੇਧ ਨਾਲ ਚੱਲਦੇ ਚੱਲਦੇ ਉੱਧਰ ਮਾਛੀਵਾੜੇ ਹੀ ਆ ਜਾਂਦੇ ਹਨ। ਜਦੋਂ ਦਇਆ ਸਿੰਘ ਨੇ ਦੇਖਿਆ ਤਾਂ ਦੂਰੋਂ ਉਸ ਛੱਲੇ ਵਿੱਚੋਂ ਜੋ ਹੀਰਿਆਂ ਦੀਆਂ ਕਣੀਆਂ ਚਮਕ ਰਹੀਆਂ ਸਨ, ਚਮਕ ਦੇਖੀ ਪਿਆਰੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਇੰਝ ਲੱਗਦਾ ਹੈ ਕੋਈ ਸਰੀਰ ਪਿਆ ਹੈ, ਉਹ ਵੀ ਟਿੰਡ ਦਾ ਸਰਾਣਾ ਕਰਕੇ। ਜਦ ਕੋਲ ਆਏ ਤਾਂ ਇੱਕ ਵਾਰ ਤਾਂ ਸਤਿਗੁਰੂ ਜੀ ਕਲਗੀਧਰ ਨੂੰ ਦੇਖ ਕੇ ਖੁਸ਼ ਹੋਏ। ਜਦ ਸਤਿਗੁਰੂ ਜੀ ਬਿਲਕੁਲ ਕੋਲ ਆਏ ਤਾਂ ਹਜ਼ੂਰ ਪਾਤਸ਼ਾਹ ਦਾ ਜਦੋਂ ਉਹਨਾਂ ਨੇ ਹਾਲ ਦੇਖਿਆ, ਗੂੜੀ ਨੀਂਦ ਪਏ ਹਨ ਤਾਂ ਸੁੱਤੇ ਹਨ ਪਰ ਜਗਾਇਆ ਨਹੀਂ ਕਿ ਪਿਆਰੇ ਦੀ ਯਾਦ ਵਿੱਚ ਪਏ ਹੋਣਗੇ। ਪਿਆਰੇ ਭਾਈ ਦਇਆ ਸਿੰਘ ਜੀ ਨੇ ਦੇਖਿਆ ਕਿ ਚਰਨਾਂ ਵਿੱਚ ਜੋ ਕੰਡੇ ਵੱਜ ਕੇ ਖੂਨ ਸਿਮ ਰਿਹਾ ਸੀ, ਜ਼ਖਮ ਹੋਏ ਸਨ। ਸਤਿਗੁਰੂ ਦੇ ਬਸਤਰ ਜਾਮਾ ਜੋ ਉਹ ਵੀ ਝਾੜੀਆਂ ਵਿੱਚ ਅੜ ਕੇ ਫਟਿਆ ਪਿਆ ਸੀ, ਪਰ ਪਿਆਰੇ ਦੀ ਯਾਦ ਵਿੱਚ ਸੁੱਤੇ ਪਏ ਸਨ। ਪਰ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਰਿਹਾ ਨਾ ਗਿਆ। ਆਪ ਪਹਿਲਾਂ ਕਹਿ ਦਿੱਤਾ ਕਿ ਕੋਈ ਆਵਾਜ਼ ਨਾ ਦੇ, ਉਠਾਇਓ ਨਾ, ਅੱਜ ਮਾਲਕ ਨੂੰ ਰੱਜ ਕੇ ਸੌਂ ਲੈਣ ਦਿਓ। ਪਰ ਕਿੰਨੇ ਦਿਨ ਹੋ ਗਏ, ਪਤਾ ਨਹੀਂ ਕਿੰਨੇ ਦਿਨ ਹੋ ਗਏ ਹੋਣਗੇ, ਇਹਨਾਂ ਨੇ ਨੀਂਦ ਨਹੀਂ ਲਈ। ਪਰ ਇੰਨੇ ਵੱਡੇ ਜਿਗਰੇ ਵਾਲੇ ਗੁਰਸਿੱਖਾਂ ਕੋਲੋਂ ਫੇਰ ਵੀ ਨਾ ਰਿਹਾ ਗਿਆ ਕਿ ਸਤਿਗੁਰਾਂ ਬਾਜਾਂ ਵਾਲੇ ਦੇ ਭਾਈ ਦਇਆ ਸਿੰਘ ਨੇ ਚਰਨ ਫੜ ਲਏ। ਸਿਰ ਝੁਕਾ ਕੇ ਬੈਠ ਗਿਆ, ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। ਜਦੋਂ ਹੰਝੂ ਸਤਿਗੁਰਾਂ ਦੇ ਚਰਨਾਂ ਉੱਪਰ ਡਿੱਗੇ ਤਾਂ ਸਤਿਗੁਰੂ ਜੀ ਦੇ ਚਰਨ ਚੁੰਮੇ ਤਾਂ ਸਤਿਗੁਰਾਂ ਜੀ ਨੇ ਇੱਕਦਮ ਜੋ ਤੇਗ ਨੂੰ ਹੱਥ ਪਾਇਆ ਕਿ ਕੌਣ ਹੈ। ਜਦ ਦੇਖਿਆ ਤਾਂ ਕੋਲ ਭਾਈ ਦਇਆ ਸਿੰਘ ਜੀ ਬੈਠੇ ਸਨ, ਧਰਮ ਸਿੰਘ ਜੀ ਖੜੇ ਸਨ, ਭਾਈ ਮਾਨ ਸਿੰਘ ਜੀ। ਸੋ ਉੱਥੇ ਕੁਝ ਵਿਸ਼ਰਾਮ ਕੀਤਾ। ਦਿਨ ਚੜ੍ਹਦੇ ਗੁਲਾਬੇ ਤੇ ਪੰਜਾਬੇ ਦੇ ਬਾਗ ਵਿੱਚ ਜੋ ਉਹਨਾਂ ਨੂੰ ਮਿਲੇ ਉਹ ਵੀ ਉੱਧਰ ਆਏ, ਉਹਨਾਂ ਨੂੰ ਘਰ ਲੈ ਗਏ। ਪਰ ਇਤਿਹਾਸ ਦੱਸਦਾ ਹੈ ਕਿ ਉਹ ਵੀ ਮੌਕੇ ਦੀ ਹਕੂਮਤ ਤੋਂ ਡਰਦੇ ਹੋਏ ਜੋ ਸਤਿਗੁਰਾਂ ਨੂੰ ਕਹਿ ਦਿੱਤਾ ਕਿ ਸਤਿਗੁਰੂ ਤੁਸੀਂ ਚਲੇ ਜਾਓ। ਜਦੋਂ ਸਤਿਗੁਰਾਂ ਨੂੰ ਇਹ ਕਿਹਾ ਤਾਂ ਦੱਸਦੇ ਹਨ ਕਿ ਇੱਕ ਮਾਈ ਗੁਰਦੇਈ ਨੇ ਸਤਿਗੁਰਾਂ ਨੂੰ ਜੋ ਖੱਦਰ ਦਾ ਕੱਪੜਾ, ਉਸਨੇ ਕਿਹਾ ਕਿ ਸਤਿਗੁਰੂ ਮੈਨੂੰ ਦਰਸ਼ਨ ਦੇਣ ਤਾਂ ਮੈਂ ਇੱਕ ਕੱਪੜਾ ਸੇਵਾ ਕਰਨੀ ਹੈ, ਦਾਨ ਕਰਨਾ ਹੈ। ਤਾਂ ਉਹ ਕੱਪੜਾ
ਜੋ ਸਤਿਗੁਰਾਂ ਨੂੰ ਸੇਵਾ ਵਜੋਂ ਮਾਈ ਗੁਰਦੇਈ ਨੇ ਦਿੱਤਾ ਸੀ। ਗਨੀ ਖਾਨ ਤੇ ਨਬੀ ਖਾਨ ਜੋ ਅਨੰਦਪੁਰ ਸਾਹਿਬ ਵਿੱਚ ਇਤਿਹਾਸ ਦੱਸਦਾ ਹੈ ਕਿ ਸਤਿਗੁਰਾਂ ਦੇ ਦਰਬਾਰ ਵਿੱਚ ਨੌਕਰੀ ਕਰਦੇ ਸਨ, ਔਰ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਤਿਗੁਰਾਂ ਨੂੰ ਜੋ ਰੱਖਣ ਦੀ ਸੇਵਾ ਆਪਣੇ ਕੋਲ ਲੈ ਲਈ ਕਿ ਅਸੀਂ ਇਹਨਾਂ ਦੀ ਸੇਵਾ ਕਰਾਂਗੇ। ਗੁਲਾਬੇ ਤੇ ਪੰਜਾਬੇ ਨੇ ਜਦੋਂ ਸਤਿਗੁਰਾਂ ਨੂੰ ਘਰੇ ਰੱਖਣ ਤੋਂ ਜਵਾਬ ਦੇ ਦਿੱਤਾ ਸੀ। ਉਹਨਾਂ ਨੇ ਜੋ ਮੁਗਲ ਫੌਜ ਦੇ ਘੇਰੇ ਵਿੱਚੋਂ ਸਤਿਗੁਰਾਂ ਨੂੰ ਉੱਚਦਾ ਪੀਰ ਬਣਾ ਕੇ ਜੋ ਨੀਲਾ ਖੱਦਰ ਦਾ ਕੱਪੜਾ ਨੀਲੇ ਰੰਗ ਦਾ ਮਾਈ ਗੁਰਦੇਈ ਨੇ ਜੋ ਦਾਨ ਕੀਤਾ ਸੀ, ਸੇਵਾ ਭੇਟਾ ਕੀਤੀ ਸੀ, ਉਹ ਸਤਿਗੁਰਾਂ ਨੇ ਖੱਦਰ ਦਾ ਕੱਪੜਾ ਪਹਿਨ ਕੇ ਉੱਚਦਾ ਪੀਰ ਬਣਾ ਕੇ ਨਬੀ ਖਾਨ ਤੇ ਗਨੀ ਖਾਨ ਨੇ ਉਹਨਾਂ ਨੂੰ ਮੁਗਲ ਫੌਜ ਦੇ ਘੇਰੇ ਵਿੱਚੋਂ ਕੱਢਿਆ ਸੀ। ਉਸ ਤੋਂ ਅੱਗੇ ਸਤਿਗੁਰੂ ਫਿਰ ਚੱਲਦੇ ਹਨ ਕੁਝ ਦਿਨ ਉੱਥੇ ਰਹਿ ਕੇ, ਤਾਂ ਉੱਧਰ ਚਮਕੌਰ ਦੀ ਗੜੀ ਵਿੱਚ ਜੋ ਬਾਕੀ ਸਿੰਘ ਸਨ, ਉਹ 9 ਪੋਹ ਦੀ ਸਵੇਰ ਹੋਈ ਤਾਂ ਇਸੇ ਤਰ੍ਹਾਂ ਹੀ ਜੋ ਉਹਨਾਂ ਨੇ 5-5 ਦੇ ਜਥੇ ਬਣਾ ਕੇ ਸਾਰਾ ਦਿਨ ਜੰਗ ਕੀਤਾ, ਯੁੱਧ ਕੀਤਾ, ਤਾਂ ਉਹ ਵੀ ਆਖਰਕਾਰ 9 ਪੋਹ ਦੀ ਦਿਨ ਦੇ ਵੇਲੇ ਸ਼ਹੀਦੀਆਂ ਪ੍ਰਾਪਤ ਕਰ ਗਏ। ਜਦੋਂ ਆਖਰੀ ਜਥਾ ਬਾਬਾ ਜੀਵਨ ਸਿੰਘ ਜੋ ਸਤਿਗੁਰਾਂ ਦੇ ਪੁਸ਼ਾਕੇ ਕਲਗੀ ਦਸਤਾਰ ਦੇ ਵਿੱਚ ਸਨ, ਜੋ ਮੌਂਟੀ ਉੱਪਰ ਬੈਠੇ ਨਾਗਣੀ ਤੇ ਬਾਗਣੀ 2 ਬੰਦੂਕਾਂ ਇਤਿਹਾਸ ਦੱਸਦਾ ਹੈ ਕਿ ਇੱਕੇ ਵਾਰੀ ਚਲਾਉਂਦੇ ਸਨ। ਉਹ ਵੀ ਜਥਾ ਲੈ ਕੇ ਗਏ। ਆਖਰਕਾਰ ਕਿੰਨਾ ਕੁ ਸਮਾਂ ਲੜਦੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਗਏ। ਜਦੋਂ ਉਹਨਾਂ ਨੇ ਦੇਖਿਆ ਕਿ ਪੁਸ਼ਾਕਾ ਕਲਗੀਧਰ ਦਾ ਹੈ, ਗੁਰੂ ਗੋਬਿੰਦ ਸਿੰਘ ਦਾ ਹੈ, ਅਸੀਂ ਉਸ ਨੂੰ ਮਾਰ ਦਿੱਤਾ ਹੈ। ਮੁਗਲ ਫੌਜਾਂ ਦਾ ਇਹ ਕਹਿਣਾ ਸੀ, ਸ਼ਹੀਦ ਤਾਂ ਆਪਾਂ ਕਹਿੰਦੇ ਹਾਂ, ਉਹਨਾਂ ਦਾ ਤਾਂ ਇਹ ਬਚਨ ਹੋਏਗਾ ਕਿ ਅਸੀਂ ਮਾਰ ਲਿਆ। ਜਦੋਂ ਉਸ ਦਾ ਸੀਸ ਕੱਟ ਕੇ ਰੰਗਜ਼ੇਬ ਦੇ ਪੇਸ਼ ਕੀਤਾ ਤਾਂ ਇਤਿਹਾਸ ਦੱਸਦਾ ਹੈ ਕਿ ਉਸ ਦੀ ਪਛਾਣ ਉਹਦੀ ਲੜਕੀ ਨੇ, ਰੰਗਜ਼ੇਬ ਦੀ ਲੜਕੀ ਜੈਬੂਨਿਸ਼ਾ ਨੇ ਕੀਤੀ ਸੀ ਕਿ ਇਹ ਗੋਬਿੰਦ ਸਿੰਘ ਦਾ ਸੀਸ ਨਹੀਂ ਹੈ, ਇਹ ਭਾਈ ਜੈਤਾ ਦਾ ਸੀਸ ਹੈ, ਜੋ ਸਤਿਗੁਰੂ 9ਵੇਂ ਪਾਤਸ਼ਾਹ ਦੇ ਨਾਲ ਜੇਲ੍ਹ ਵਿੱਚ ਕੁਝ ਸਮਾਂ ਰਹੇ ਸਨ, ਰੰਗਜ਼ੇਬ ਦੀ ਜੇਲ੍ਹ ਦੇ ਵਿੱਚ, ਜਿੱਥੋਂ ਉਹਨਾਂ ਨੇ 57 ਸਲੋਕ ਜੋ ਆਪਾਂ ਭੋਗ ਦੇ ਵੇਲੇ ਪੜ੍ਹਦੇ ਹਾਂ, ਗੁਣ ਗੋਬਿੰਦ ਗਾਇਓ ਨਹੀਂ, 57 ਸਲੋਕ ਤੇ ਸਤਿਗੁਰਾਂ ਨੂੰ ਜੋ ਗੁਰਿਆਈ ਦੀ ਸਮੱਗਰੀ ਸੀ 9ਵੇਂ ਪਾਤਸ਼ਾਹ ਨੇ ਬਾਬਾ ਜੀਵਨ ਸਿੰਘ ਜੀ ਦੇ ਹੱਥ ਭਾਈ ਜੈਤਾ ਜੀ ਦੇ ਭੇਜੀ ਸੀ ਅਨੰਦਪੁਰ ਸਾਹਿਬ, ਜੋ ਬਾਣੀ ਦੇ ਵਿੱਚ ਸਤਿਗੁਰਾਂ ਨੇ ਬਾਅਦ ਵਿੱਚ ਉਹ ਸਲੋਕ ਦਰਜ ਕੀਤੇ ਸਨ। ਉਹ ਜੈਬੂਨਿਸ਼ਾ ਨੇ ਰੰਗਜ਼ੇਬ ਦੀ ਬੇਟੀ ਨੇ ਪਛਾਣ ਕੀਤੀ ਸੀ ਕਿ ਭਾਈ ਜੈਤਾ ਹੈ, ਗੋਬਿੰਦ ਸਿੰਘ ਨਹੀਂ ਹੈ। ਤਾਂ ਫੇਰ ਜਾ ਕੇ ਮੁਗਲ ਫੌਜਾਂ ਨੇ ਸਤਿਗੁਰਾਂ ਦਾ ਮਗਰਾ ਕੀਤਾ ਸੀ, ਲਾਹੌਰ ਤੱਕ ਪਹੁੰਚ ਗਏ ਸੀ, ਮਾਛੀਵਾੜੇ ਜੰਗਲਾਂ ਤੱਕ ਪਹੁੰਚ ਗਏ ਸੀ। ਖੈਰ ਇਸੇ ਤਰ੍ਹਾਂ ਹੀ ਸਾਰੇ ਸਿੰਘ 9 ਪੋਹ ਦੀ ਜੋ ਦਿਨ ਦੇ ਵੇਲੇ ਚਮਕੌਰ ਗੜੀ ਵਿੱਚ ਸ਼ਹੀਦੀਆਂ ਪਾ ਗਏ ਸਨ। ਔਰ ਜੋ ਇੱਕ ਖੜੂੰਦ ਪਿੰਡ ਦੇ ਰਹਿਣ ਵਾਲੀ ਬਹੁਤ ਹੀ ਦਲੇਰ ਬਹਾਦਰ ਬੀਬੀ ਹਰਸ਼ਰਨ ਕੌਰ ਦੇ ਕੰਨੀ ਜਦ ਇਹ ਆਵਾਜ਼ ਪਈ ਤਾਂ ਜੋ ਉਹ ਸਮੇਂ ਚਮਕੌਰ ਦੇ ਨੇੜੇ ਪਿੰਡਾਂ ਦੇ ਵਿੱਚ ਮੁਗਲ ਸਰਕਾਰ ਨੇ ਢੰਡੋਰਾ ਪਿਟਵਾ ਦਿੱਤਾ ਸੀ ਕਿ ਅਸੀਂ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਸਮੇਤ ਪਰਿਵਾਰ ਦੇ
ਸਮੇਤ ਸਿੰਘਾਂ ਦੇ ਸ਼ਹੀਦ ਕਰ ਦਿੱਤੇ ਹਨ। ਜਦੋਂ ਬੀਬੀ ਹਰਸ਼ਰਨ ਕੌਰ ਦੇ ਕੰਨੀ ਇਹ ਆਵਾਜ਼ ਪਈ ਤਾਂ ਉਸ ਨੇ ਆਪਣੀ ਮਾਤਾ ਜੀ ਤੋਂ, ਭਾਵ ਕਿ ਆਪਣੀ ਸੱਸ ਤੋਂ, ਚਮਕੌਰ ਦੀ ਗੜੀ ਜਾਣ ਵਾਸਤੇ ਆਗਿਆ ਮੰਗੀ ਕਿ ਮੈਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਉਸਦੀ ਮਾਤਾ ਨੇ ਕਿਹਾ, ਬੇਟਾ, ਮੁਗਲ ਫੌਜਾਂ ਦਾ ਬਹੁਤ ਵੱਡਾ ਘੇਰਾ ਪਿਆ ਹੋਇਆ ਹੈ, ਜਾਣਾ ਬਹੁਤ ਔਖਾ ਹੈ। ਬੀਬੀ ਹਰਸ਼ਰਨ ਕੌਰ ਨੇ ਕਿਹਾ ਕਿ ਮਾਤਾ ਜੀ, ਜਿਸ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੋਵੇ ਉਸ ਨੂੰ ਕੋਈ ਫੌਜ ਦਾ ਘੇਰਾ ਰੋਕ ਨਹੀਂ ਸਕਦਾ। ਆਖਰ ਆਗਿਆ ਲੈ ਕੇ, ਅਰਦਾਸ ਕਰਕੇ ਬੀਬੀ ਹਰਸ਼ਰਨ ਕੌਰ ਚਮਕੌਰ ਦੀ ਗੜੀ ਵੱਲ ਚੱਲ ਪਈ। ਬੀਬੀ ਹਰਸ਼ਰਨ ਕੌਰ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਪ੍ਰੀਤਮ ਸਿੰਘ ਦੀ ਇੱਕ ਧਰਮ ਪਤਨੀ ਸੀ। ਜੋ ਉਹਨਾਂ ਸਿੰਘਾਂ ਦੇ ਵਿੱਚ ਇੱਕ ਪ੍ਰੀਤਮ ਸਿੰਘ ਸੀ, ਜਿਸ ਦੀ ਧਰਮ ਪਤਨੀ ਬੀਬੀ ਹਰਸ਼ਰਨ ਕੌਰ ਸੀ, ਜੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸਨ। ਜਦ ਇਹ ਰਾਤ ਹਨੇਰੇ ਵਿੱਚ 9 ਪੋਹ ਦੀ ਰਾਤ ਨੂੰ ਚਮਕੌਰ ਗੜੀ ਵਿੱਚ ਪਹੁੰਚੀ ਤਾਂ ਰਾਤ ਨੂੰ ਸਭ ਮੁਗਲ ਫੌਜਾਂ ਦੇ ਜੋ ਸਾਰੇ ਦੰਡੀਆਂ ਜੋ ਰਾਤ ਨੂੰ ਲੱਕੜਾਂ ਬਾਲ ਕੇ ਬਹਿੰਦੇ ਸਨ, ਉਹ ਲੱਕੜਾਂ ਇਕੱਠੀਆਂ ਕੀਤੀਆਂ। ਜੋ ਜੰਗ ਸਮਾਪਤ ਕਰਕੇ ਉਹ ਆਪਣੇ ਆਪਣੇ ਤੰਬੂਆਂ ਵਿੱਚ ਜਾ ਸੁੱਤੇ ਸਨ। ਇੱਧਰ ਬੀਬੀ ਹਰਸ਼ਰਨ ਕੌਰ ਨੇ ਮੱਠੀ ਜਿਹੀ ਲਾਲਟਨ ਜਗਾਈ। ਪਹਿਲਾਂ ਇਸ ਨੇ ਮੁਗਲ ਫੌਜਾਂ ਦੀਆਂ ਜੋ ਲੱਕੜਾਂ ਇਕੱਠੀਆਂ ਕਰਕੇ ਇੱਕ ਢੇਰ ਲਾਇਆ। ਫਿਰ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀਆਂ, ਸ਼ਹੀਦ ਹੋਏ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਲਿਆ ਕੇ, ਸਰੀਰ ਲਿਆ ਕੇ ਰੱਖੇ। ਜਦੋਂ ਸਰੀਰ ਲਿਆਉਂਦਿਆਂ ਬੀਬੀ ਹਰਸ਼ਰਨ ਕੌਰ ਨੇ ਦੇਖਿਆ ਕਿ ਮੇਰੇ ਪਤੀ ਪ੍ਰੀਤਮ ਸਿੰਘ ਦਾ ਸਰੀਰ ਵੀ ਇੱਥੇ ਹੈ, ਸ਼ਹੀਦੀ ਇੱਥੇ ਪਾਈ ਹੈ, ਤਾਂ ਕਲਗੀਧਰ ਦਾ ਸ਼ੁਕਰਾਨਾ ਕੀਤਾ ਕਿ ਉਹ ਵੀ ਧਰਮ ਦੇ ਲੇਖੇ ਲੱਗ ਗਿਆ। ਬੀਬੀ ਹਰਸ਼ਰਨ ਕੌਰ ਨੇ ਕਹਿੰਦੇ ਹਨ ਕਿ 30 ਸਿੰਘਾਂ ਦੇ ਸਰੀਰਾਂ ਦਾ ਇਕੱਠਿਆਂ ਕਰਕੇ ਮਰਜ਼ਾਦਾ ਅਨੁਸਾਰ ਸੰਸਕਾਰ ਕੀਤਾ, ਅੱਗ ਲਾ ਦਿੱਤੀ। ਆਪ ਤੇਗ ਫੜ ਕੇ ਕੋਲੇ ਖੜ ਗਈ, ਚਿਖਾ ਦੀ ਰਾਖੀ ਕਰਦੀ ਰਹੀ। ਜਦੋਂ ਲੱਕੜਾਂ ਦਾ ਪੂਰਾ ਭਾਂਬੜ ਮੱਚਣ ਲੱਗਾ ਤਾਂ ਮੁਗਲ ਫੌਜ ਤੰਬੂਆਂ ਤੋਂ ਬਾਹਰ ਆ ਕੇ ਦੇਖਣ ਲੱਗੀ ਕਿ ਕੀ ਦੇਖਿਆ ਕਿ ਅੱਗ ਦਾ ਭਾਂਬੜ ਮੱਚ ਰਿਹਾ ਹੈ। ਕੋਲ ਇੱਕ ਔਰਤ ਖੜੀ ਹੈ, ਜਿਸ ਨੇ ਆ ਕੇ ਜੋ ਫੌਜਾਂ ਨੇ ਘੇਰਾ ਪਾ ਲਿਆ। ਬੀਬੀ ਹਰਸ਼ਰਨ ਕੌਰ ਨੇ ਜਿੰਨਾ ਹੋ ਸਕਿਆ ਜੰਗ ਕੀਤਾ, ਕਿੰਨਾ ਕੁ ਚਿਰ ਕਰ ਸਕਦੀ ਸੀ। ਆਖਰ ਫੌਜਾਂ ਨੇ ਉਸ ਨੂੰ ਘੇਰਾ ਪਾ ਕੇ ਫੜ ਲਿਆ। ਇਤਿਹਾਸ ਦੱਸਦਾ ਹੈ ਕਿ ਜਿਉਂਦੇ ਜੀ ਬੀਬੀ ਹਰਸ਼ਰਨ ਕੌਰ ਨੂੰ ਮੁਗਲ ਫੌਜਾਂ ਨੇ ਉਸ ਬਲਦੀ ਹੋਈ ਅੱਗ ਦੇ ਵਿੱਚ, ਬਲਦੀ ਹੋਈ ਚਿਖਾ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ। ਔਰ ਜੋ ਚਮਕੌਰ ਸਾਹਿਬ ਦੇ ਵਿੱਚ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਸੀ। ਸੋ ਇਹ ਸੀ ਚਮਕੌਰ ਸਾਹਿਬ ਦੇ ਵਿੱਚ ਜੰਗ, ਸ਼ਹੀਦੀਆਂ ਹੋਈਆਂ ਔਰ ਗੁਰੂ ਸਾਹਿਬ ਜੀ ਦਾ ਗੜੀ ਛੱਡ ਕੇ ਜਾਣਾ। ਆਪਾਂ 2-4 ਮਿੰਟ ਵਾਸਤੇ ਹੁਣ ਵਿਚਾਰ ਕਰਾਂਗੇ ਉਧਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਜੋ ਗੰਗੂ ਦੇ ਘਰ ਸਨ। ਜਦੋਂ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦੇ 8 ਪੋਹ ਦੀ ਰਾਤ ਕੱਟ ਕੇ 9 ਪੋਹ ਸਵੇਰੇ ਉੱਠ ਕੇ ਆਪ ਮਾਤਾ ਜੀ ਨੇ ਨਿਤਨੇਮ ਕੀਤਾ। ਸਾਹਿਬਜ਼ਾਦਿਆਂ ਨੂੰ ਨਿਤਨੇਮ ਕਰਾਇਆ। ਗੰਗੂ ਨੂੰ ਆਵਾਜ਼ ਮਾਰੀ ਕਿ ਪੁੱਤ ਗੰਗੂ, ਜੋ ਤੂੰ ਰਾਤ ਮੋਹਰਾਂ ਚੁੱਕੀਆਂ ਸਨ
ਉਹ ਤੂੰ ਸੰਭਾਲ ਕੇ ਤਾਂ ਰੱਖ ਲਈਆਂ ਹਨ। ਇਹਨਾਂ ਸੁਣਦੇ ਹੀ ਗੰਗੂ ਗੁੱਸੇ ਨਾਲ ਭੜਕਣ ਲੱਗਾ, ਨਾਲੇ ਤਾਂ ਤੁਹਾਨੂੰ ਘਰ ਵਿੱਚ ਅਸੀਂ ਰਾਤ ਕਟਾਈ, ਹਕੂਮਤ ਦੇ ਬਾਗੀਆਂ ਨੂੰ ਘਰ ਵਿੱਚ ਪਨਾਹ ਦਿੱਤੀ, ਉਲਟਾ ਮੈਨੂੰ ਹੀ ਤੁਸੀਂ ਚੋਰ ਬਣਾ ਦਿੱਤਾ। ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਗੰਗੂ ਤੂੰ ਮੋਹਰਾਂ ਭਾਵੇਂ ਨਾ ਦੇਵੀਂ, ਤੇਰੇ ਕੋਲ ਕੀ ਤੇ ਮੇਰੇ ਕੋਲ ਕੀ, ਪਰ ਤੂੰ ਰੌਲਾ ਨਾ ਪਾ, ਬਾਹਰ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਉਹਨਾਂ ਦੀ ਮਾਤਾ ਤੁਹਾਡੇ ਘਰ ਵਿੱਚ ਹੈ। ਪਰ ਗੰਗੂ ਕਿੱਥੇ ਚੁੱਪ ਕਰੇ, ਉਸ ਨੂੰ ਜੋ ਸਰਕਾਰੀ ਇਨਾਮ ਲੈਣ ਦਾ ਵੀ ਲਾਲਚ ਬਣਿਆ ਹੋਇਆ ਸੀ। ਉਸ ਨੂੰ ਲਾਲਚ ਖਾ ਰਿਹਾ ਸੀ ਕਿ ਕਦੋਂ ਇਹਨਾਂ ਨੂੰ ਕੈਦ ਕਰਾਵਾਂ ਤੇ ਕਦੋਂ ਮੈਂ ਸਰਕਾਰੀ ਇਨਾਮ ਲਵਾਂ। ਗੰਗੂ ਘਰੋਂ ਗਿਆ ਪਿੰਡ ਦੇ ਚੌਧਰੀ ਕੋਲ। ਕੁਝ ਹੋਰ ਪਿੰਡ ਦੇ ਬੰਦੇ ਉਹਨਾਂ ਨੂੰ ਆਪਣੇ ਘਰ ਦੇ ਮੂਹਰੇ ਬਿਠਾ ਦਿੱਤਾ ਕਿ ਚਲੇ ਨਾ ਜਾਣ। ਚੌਧਰੀ ਨੂੰ ਨਾਲ ਲੈ ਕੇ ਮਰਿੰਡੇ ਜਾ ਕੇ ਸਾਰੀ ਇਤਲਾਹ ਦੇ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਮੇਰੇ ਘਰ ਵਿੱਚ ਹਨ। ਤਾਂ ਮਰਿੰਡੇ ਤੋਂ ਜਾਨੀ ਖਾਂ ਤੇ ਮਾਨੀ ਖਾਂ ਕੁਝ ਸਿਪਾਹੀਆਂ ਸਮੇਤ ਆਏ। ਪੈਰਾਂ ਨੂੰ ਬੇੜੀਆਂ ਅਤੇ ਹੱਥਾਂ ਨੂੰ ਹੱਥ ਘੜੀਆਂ ਲਾ ਕੇ ਲਿਜਾਣ ਲੱਗੇ ਤਾਂ ਮਾਤਾ ਜੀ ਨੇ ਕਿਹਾ ਸੀ, ਗੰਗੂ ਜਿਹੜੀ ਮਾਇਆ ਦੇ ਵਾਸਤੇ ਤੂੰ ਲਾਲਚ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ ਨਿੱਕੇ ਬਾਲ, ਨਿੱਕੇ ਨਿੱਕੇ ਲਾਲਾਂ ਨੂੰ ਕੈਦ ਕਰਵਾਉਣ ਲੱਗਾ ਹੈ, ਇੱਕ ਦਿਨ ਇਹੀ ਮਾਇਆ ਤੈਨੂੰ ਨਾਗਣੀ ਬਣ ਕੇ ਡੰਗ ਮਾਰੇਗੀ, ਤੈਨੂੰ ਵੀ ਇਹ ਖਾ ਜਾਵੇਗੀ। ਜੋ ਤੂੰ ਮਾਇਆ ਲਾਲਚ ਕਰਦਾ ਹੈ ਤੈਨੂੰ ਉਹ ਨਸੀਬ ਨਹੀਂ ਹੋਵੇਗੀ, ਸਾਰੀ ਦੁਨੀਆ ਤੈਨੂੰ ਲਾਹਨਤਾਂ ਪਾਵੇਗੀ। ਸੋ ਇਸੇ ਤਰ੍ਹਾਂ ਹੀ ਹੋਇਆ ਕਿ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਤਾਂ ਇਤਿਹਾਸ ਦੱਸਦਾ ਹੈ ਕਿ ਜਦੋਂ ਵਜ਼ੀਰ ਖਾਨ ਨੇ ਗੰਗੂ ਨੂੰ ਪੁੱਛਿਆ, ਪਤਾ ਲੱਗਾ ਕਿ ਮੋਹਰਾਂ ਇਹਦੇ ਕੋਲ ਹਨ। ਜਦੋਂ ਮੋਹਰਾਂ ਉਸ ਤੋਂ ਪੁੱਛੀਆਂ ਤੇ ਉਸ ਨੂੰ ਚੇਤਾ ਭੁੱਲ ਗਿਆ ਸੀ ਕਿ ਮੈਂ ਕਿੱਥੇ ਰੱਖੀਆਂ ਹਨ। ਉਹ ਮੋਹਰਾਂ ਵੀ ਨਹੀਂ ਮਿਲੀਆਂ। ਆਖਰਕਾਰ ਵਜ਼ੀਰ ਖਾਨ ਤੇ ਉਸ ਦੀ ਫੌਜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਹ ਮੋਹਰਾਂ ਵੀ ਨਹੀਂ ਮਿਲੀਆਂ, ਜੋ ਨਾਮ ਦੇਣਾ ਸੀ ਉਹ ਵੀ ਨਹੀਂ ਦਿੱਤਾ। ਤੇ ਸਤਿਗੁਰਾਂ ਦੀ ਬਾਣੀ ਵੀ ਕਹਿੰਦੀ ਹੈ, ਮਾਇਆ ਹੋਈ ਨਾਗਣੀ ਜਗਤ ਰਹੀ ਲਿਪਟਾਏ, ਇਸ ਕੀ ਸੇਵਾ ਜੋ ਕਰੇ ਤੈਸ ਹੀ ਕੋ ਫਿਰ ਖਾਏ। ਸੋ ਇਸੇ ਤਰ੍ਹਾਂ ਜੋ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਨੂੰ 9 ਪੋਹ ਨੂੰ ਸਵੇਰੇ ਮਰਿੰਡੇ ਕੋਤਵਾਲੀ ਦੇ ਵਿੱਚ ਜੇਲ੍ਹ ਦੇ ਵਿੱਚ ਲੈ ਗਏ। 9 ਪੋਹ ਦੀ ਰਾਤ ਜੋ ਉਹਨਾਂ ਨੇ ਮਰਿੰਡੇ ਜੇਲ੍ਹ ਦੇ ਵਿੱਚ ਕੱਟੀ ਸੀ, ਇਹ ਸੀ ਆਪਾਂ ਜੋ 9 ਪੋਹ ਦੇ ਸੰਬੰਧ ਵਿੱਚ 8 ਪੋਹ ਦੀ ਰਾਤ ਦੇ ਸੰਬੰਧ ਵਿੱਚ ਜੋ ਵਿਚਾਰਾਂ ਕੀਤੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਸਮੱਤ ਬਖਸ਼ਣ। ਸੋ ਹੋਈਆਂ ਭੁੱਲਾਂ ਨੂੰ ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਿਰਪਾ ਕਰਨਾ। ਆਪਾਂ ਕੱਲ੍ਹ ਨੂੰ ਜੋ 10 ਪੋਹ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ। ਸੋ ਆਓ ਹੁਣ ਰਲ ਮਿਲ ਕੇ ਆਪਾਂ ਆਨੰਦ ਸਾਹਿਬ ਦੀਆਂ 6 ਪੌੜੀਆਂ ਕਰਕੇ ਅਰਦਾਸ ਬੇਨਤੀ ਕਰੀਏ।